ਅੱਜ ਬਹੁਤ ਟਾਈਮ ਬਾਅਦ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲਿਆ। ਸੋ ਕੁਝ ਕੁ ਗੱਲਾਂ ਆਪ ਜੀ ਦੇ ਚਰਨਾਂ ਵਿੱਚ ਰੱਖਣੇ ਚਾਹਾਂਗਾ ਕਿ ਜਿੱਥੇ ਕਿਤੇ ਵੀ ਆਪਾਂ ਜਾਂਦੇ ਹਾਂ, ਬਹੁਤ ਸਾਰੇ ਕੋਈ ਕਿਤੇ ਲਾ ਲਓ, ਕੋਈ ਆਫਿਸ ਵਗੈਰਾ ਲਾ ਲਓ ਜਾਂ ਕਿਤੇ ਵੀ ਲਾ ਲਓ, ਜਿੱਥੇ ਕਿਤੇ ਵੀ ਜਾਂਦੇ ਆਪਾਂ, ਸਭ ਥਾਵਾਂ ਤੇ ਆਪਾਂ ਨੂੰ ਇੱਕ ਚੀਜ਼ ਮੂਹਰੇ ਦਿਖੇਗੀ ਵੀ ਉਹ ਜਾਤ ਪਾਤ ਦਾ ਸਿਸਟਮ ਜੋ ਵੀ ਹੈਗਾ, ਵੀ ਇਹ ਉੱਚੀਆਂ ਜਾਤਾਂ ਨੇ, ਨੀਵੀਆਂ ਜਾਤਾਂ ਨੇ, ਜਾਂ ਜਿਸ ਤਰ੍ਹਾਂ ਬਾਣੀ ਦੇ ਵਿੱਚ ਵੀ ਜ਼ਿਕਰ ਹੁੰਦਾ ਛਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ, 4 ਸ਼੍ਰੇਣੀਆਂ ਦਾ ਵਰਣਨ ਕੀਤਾ। ਹੁਣ ਇਹਦਾ ਮਤਲਬ ਇਹ ਥੋੜੀ ਆ ਵੀ ਕੋਈ ਜਾਤ ਨੀਵੀਂ ਆ ਜਾਂ ਕੋਈ ਜਾਤ ਉੱਚੀ ਆ, ਬਾਣੀ ਸਭ ਨਾਲ ਹੀ ਸਾਂਝੀ ਆ। ਚਲੋ ਉਹ ਆਪੋ ਆਪਣੇ ਬੁੱਧੀ ਮੁਤਾਬਕ ਕੋਈ ਕਿਸ ਤਰ੍ਹਾਂ ਚੱਲਦਾ ਆ ਰਿਹਾ। ਸੋ ਜਿੱਥੋਂ ਆਪਾਂ ਪਿੱਛੇ ਚੱਲੀਏ, ਵੀ ਜਿੱਥੋਂ ਸ੍ਰਿਸ਼ਟੀ ਦੀ ਸ਼ੁਰੂਆਤ ਹੋਈ ਹੈ, ਬੰਦਾ ਬਣਾਇਆ, ਸੋ ਕੰਮਕਾਰ ਜੋ ਕਿਤੇ ਨੇ, ਕਰਮ ਉਹ ਬਣਾਏ, ਖੇਤੀਬਾੜੀ ਹੋ ਗਈ ਜਾਂ ਹੋਰ ਕਿਤੇ ਜੋ ਵੀ ਆ ਆਪਾਂ ਦੇਖਦੇ ਹਾਂ। ਚਲੋ ਕੁਛ ਕੁ ਉਦੋਂ ਸੀਗੇ, ਕੁਛ ਕੁ ਹੁਣ ਮਨੁੱਖ ਨੇ ਆਪਣੇ ਆਪ ਬਣਾਏ ਆ। ਚਲੋ ਕਿਤੇ ਦਾ ਕਿਤੇ ਹੀ ਆ। ਸੋ ਉਸ ਦਾ ਆਧੁਨਿਕ ਢੰਗ ਨਾਲ ਹੋ ਗਿਆ, ਕੋਈ ਪਹਿਲਾਂ ਪੁਰਾਣੇ ਢੰਗ ਨਾਲ ਸੀ। ਖੇਤੀਆਂ ਲਾ ਲਓ, ਪਹਿਲਾਂ ਬਲਦਾਂ ਨਾਲ ਸੀ ਤੇ ਹੁਣ ਟਰੈਕਟਰਾਂ ਨਾਲ। ਤੇ ਉਦੋਂ ਕੀ ਹਿਸਾਬ ਕਿਤਾਬ ਸੀਗਾ, ਕਿਉਂਕਿ ਕੰਮਕਾਰ ਜਦੋਂ ਹੋਇਆ ਤੇ ਸਾਰਾ ਕੁਛ ਸਿਸਟਮ ਵਾਈਜ਼ ਨਹੀਂ ਚੱਲ ਰਿਹਾ ਸੀਗਾ। ਕੋਈ ਕਿੱਦਾਂ ਯਾਨੀ ਕਿ ਉਸ ਟਾਈਮ ਫਿਰ ਮਨੂ ਸਿਮਰਤੀਆਂ ਤੁਸੀਂ ਨਾਮ ਸੁਣਿਆ ਹੋਵੇਗਾ। ਮਨੂ ਨੇ ਕੀ ਕੀਤਾ ਵੀ ਸ਼੍ਰੇਣੀਆਂ ਬਣਤੀਆਂ ਅਲੱਗ-ਅਲੱਗ, ਵੀ ਇਦਾਂ ਦਾ ਕੰਮ ਚੱਲਣਾ ਨਹੀਂ, ਵੀ ਕੰਮਕਾਰ ਤੋਰਨ ਦੀ ਖਾਤਰ ਸ਼੍ਰੇਣੀਆਂ ਬਣਾਈਆਂ ਵਾ, ਵਰਨ ਬਣਾਈ, ਸ਼੍ਰੇਣੀਆਂ ਬਣਾਈਆਂ, ਜਿਸ ਦਾ ਬਾਣੀ ਦੇ ਵਿੱਚ ਫਰਮਾਨ ਦਾ ਵੀ ਸਭ ਨਾਲ ਹੀ ਸਾਂਝੀ ਆ ਬਾਣੀ। ਉਹ ਸ਼੍ਰੇਣੀਆਂ ਬਣਾਈਆਂ, ਨਾ ਕਿ ਜਾਤ ਬਣਾਈ ਸੀ। ਸ਼੍ਰੇਣੀਆਂ ਬਣਾਈਆਂ, ਛਤਰੀ, ਬ੍ਰਾਹਮਣ, ਸੂਦ ਤੇ ਵੈਸ਼। ਇਹ ਕੋਈ ਜਾਤਾਂ ਨਹੀਂ, ਇਹ ਸ਼੍ਰੇਣੀਆਂ। ਛਤਰੀ ਦਾ ਕੰਮ ਕੀ ਸੀਗਾ? ਛਤਰੀ ਦਾ ਕੰਮ ਜਿਸ ਤਰ੍ਹਾਂ ਖਾਲਸਾ ਤਿਆਰ ਬਰ ਤਿਆਰ, ਸੋ ਸ਼ਸਤਰਾਂ ਨਾਲ ਲੈਸ ਰਹਿਣਾ। ਜਿਵੇਂ ਆਪਾਂ ਆਪਣੇ ਫੌਜੀ ਲਾ ਲਓ, ਇਹ ਛਤਰੀ ਨੇ। ਛਤਰੀ ਕੋਈ ਜਾਤ ਨਹੀਂ, ਛਤਰੀ ਇੱਕ ਸ਼੍ਰੇਣੀ ਆ ਜੋ ਆਪਣੇ ਦੇਸ਼ ਦੀ ਰਖਵਾਲੀ ਕਰਦੇ। ਸਾਡੀ ਫੌਜ, ਆਰਮੀ ਆ ਸਾਡੀ, ਚਾਹੇ ਉਹ ਸਮੁੰਦਰੀ ਵਾਲੇ ਆ, ਚਾਹੇ ਜ਼ਮੀਨੀ ਵਾਲੇ ਆ, ਚਾਹੇ ਹਵਾਈ ਫੋਰਸ ਆ, ਉਹ ਇੱਕ ਛਤਰੀ ਦਾ ਕੰਮ ਆ। ਸੋ ਉਹਨੇ ਛਤਰੀ, ਉਹਨੇ ਦੇਸ਼ ਦੀ ਰਖਵਾਲੀ ਕਰਨੀ ਆ, ਆਪਣੇ ਏਰੀਏ ਦੀ, ਆਪਣੇ ਦੇਸ਼ ਦੀ। ਸੋ ਸਭ ਤਰ੍ਹਾਂ ਕਰਕੇ, ਜਿਸ ਤਰ੍ਹਾਂ ਕਰਕੇ ਉਹਨੇ ਰੱਖਿਆ ਕਰਨੀ, ਕੋਈ ਲੜਾਈ ਲੜਨੀ ਆ, ਯੁੱਧ ਲੜਨੇ ਆ, ਜਾਂ ਕੁਛ ਵੀ ਕਰਨਾ ਵਾ, ਉਹ ਖਾਲਸਾ ਤਿਆਰ ਬਰ ਤਿਆਰ ਜਿਹੜਾ ਹੈਗਾ ਉਹ ਛਤਰੀ ਆ, ਜੋ ਕਲਗੀਧਰ ਪਾਤਸ਼ਾਹ ਨੇ ਵੀ ਬਣਾਇਆ। ਛਤਰੀ ਕੋ ਪੂਤ ਹੋ ਬਾਹਮਣ ਕੋ ਨਾ ਹੈਗਾ। ਮੈਂ ਛਤਰੀ ਦਾ ਪੁੱਤਰ ਹਾਂ, ਕਿਉਂਕਿ ਮੇਰਾ ਕੰਮ ਛਤਰੀਆਂ ਵਾਲਾ। ਮੈਂ ਖਾਲਸੇ ਨੂੰ ਉਸ ਤਰ੍ਹਾਂ ਬਣਾਇਆ ਵੀ ਚਿੜੀਆਂ ਨਾਲ ਬਾਜ ਲੜਾਤੇ ਸੀ। ਸੋ ਇਹ ਤਾਂ ਹੋ ਗਿਆ ਛਤਰੀ। ਹੁਣ ਮੈਂ ਫਿਰ ਦੁਬਾਰਾ ਕਹਿਣਾ ਚਾਹ ਰਹੀ ਵੀ ਇਹ ਕੋਈ ਜਾਤ ਨਹੀਂ, ਇਹ ਇੱਕ ਸ਼੍ਰੇਣੀ ਆ। ਬ੍ਰਾਹਮਣ, ਸੋ ਬ੍ਰਾਹਮਣ ਦਾ ਕੰਮ ਕੀ ਸੀਗਾ? ਬ੍ਰਹਮ ਦੀ ਵਿੱਦਿਆ ਦੇਣੀ, ਟੀਚਰ, ਅਧਿਆਪਕ, ਜੋ ਵੀ ਆਪਣੇ, ਚਾਹੇ ਦੁਨਿਆਵੀ ਲਾ ਲਓ ਹੁਣ ਟੀਚਰ, ਤੇ ਚਾਹੇ ਕੋਈ ਆਪਣੇ ਧਾਰਮਿਕ ਟੀਚਰ, ਜਿਹੜੇ ਆਪਾਂ ਨੂੰ ਵਿਦਵਾਨ ਨੇ, ਪ੍ਰਚਾਰਕ ਨੇ, ਧਰਮ ਦਾ ਪ੍ਰਚਾਰ ਕਰ ਰਹੇ ਨੇ। ਸੋ ਉਹ ਬ੍ਰਾਹਮਣ ਨੇ। ਹੁਣ ਬ੍ਰਾਹਮਣ ਦਾ ਕੋਈ ਉਹ ਨਹੀਂ ਹੈਗਾ ਵੀ ਇਹ ਬ੍ਰਾਹਮਣ ਕੋਈ ਵਸਤਰ ਬ੍ਰਾਹਮਣ ਵਾਲੇ ਪਾਲੇ ਤਾਂ ਉਹ ਬ੍ਰਾਹਮਣ। ਜਿਸ ਤਰ੍ਹਾਂ ਆਪਾਂ ਪਿਛਲੀ ਵੀਡੀਓ 'ਚ ਵੀ ਗੱਲ ਕੀਤਾ ਸੀ ਵੀ ਖਾਲਸੇ ਵਾਲੇ ਵਸਤਰ ਪਾ ਕੇ ਜਾਂ ਗਾਤਰਾ ਪਹਿਨ ਕੇ ਕੋਈ ਖਾਲਸਾ ਨਹੀਂ ਬਣ ਜਾਂਦਾ। ਖਾਲਸਾ ਇੱਕ ਗਾਉਣਾ ਪਿਓਰ ਆ, ਸ਼ੁੱਧ, ਉਹਨੂੰ ਖਾਲਸ ਕਿਹਾ, ਖਾਲਸਾ। ਜਿਸ ਤਰ੍ਹਾਂ ਕਹਿੰਦੇ ਆ ਵੀ ਖਾਲਸ ਘਿਓ ਵੀ ਪਿਓਰ ਆ, ਸ਼ੁੱਧ ਆ, ਦੇਸੀ ਘਿਓ ਜਿਹਨੂੰ ਕਹਿੰਦੇ ਆ। ਪਰ ਉਹ ਮਿਲਾਵਟ ਅੱਜ ਕੱਲ੍ਹ ਬਹੁਤ ਹੋਣ ਲੱਗ ਗਈ। ਸੋ ਮਿਲਾਵਟਾਂ ਪਹਿਲਾਂ ਤੋਂ ਚੱਲਦੀਆਂ ਆ ਰਹੀਆਂ। ਉਸ ਤਰ੍ਹਾਂ ਜਿਹੜਾ ਖਾਲਸਾ ਆ ਉਹ ਸ਼ੁੱਧ ਦਾ, ਬ੍ਰਾਹਮਣ ਉਹ ਖਾਲਸਾ ਆ। ਹੁਣ ਤੁਸੀਂ ਕਹੋਗੇ ਵੀ ਇਹ ਮਿਕਸ ਹੋ ਗਿਆ ਸਾਰਾ ਕੁਝ, ਵੀ ਇਹ ਤਾਂ ਹਿੰਦੂਆਂ ਨੂੰ ਸਿੱਖਾਂ 'ਚ ਰਲਾਤਾ,
सिख कहते हम हिंदू नहीं, असी वो नहीं हैगे, असी ब्राह्मण नहीं हैगे, असी बोधी वाले ब्राह्मण जा वो, ये फिर जातां पातां च वाड़दे आ। एक श्रेणियां वा। ब्राह्मण का काम की सीगा? विद्या देनी। उन्हें विद्या छतरी नूं भी देनी आ, वैश्य नूं भी देनी आ, ते शूद्रां नूं भी देनी आ, जो अलग अलग श्रेणियां का काम करते सी। सो सब नूं उसने विद्या देनी है। विद्या का काम देना वो ब्राह्मण का। पर हुण की बन गया, वो कहंदे भी ब्राह्मण ही सब तो उच्चा आ। सो उच्चा इस करके बनाया सी क्योंकि वो गुण दिंदा, वो विद्या दिंदा, वो परमात्मा दे नाल जोड़दा, वो सानू हर तरह की सिक्ख्या दिंदा वा। वो ब्राह्मण का काम आ। ब्राह्मण एक श्रेणी आ, वो एक जात नहीं है। इस करके ब्राह्मण नूं उच्चा बनाया सीगा भी तू उच्चा आ। पर अजकल की बनया भी ब्राह्मण वाले वस्त्र पा के जनेऊ पहन के नहीं आपां कल्ले ब्राह्मण बन जाते। साडे च ब्राह्मण वाले गुण भी होने चाहिए। उस तरह गात्रा पा के नहीं कोई खालसा या सिख बन जाता। सिख बनाया क्यों बनाया भी तू सिख, तू गुरु ना बन, तू आपदे गुरु का सिख बन के रह। पर नहीं, सिख गुरु बन गया, वो सिख सिख नहीं रहा। सिख हुण रब नूं लत्तां लाउण लग गया। सो अजकल दे आधुनिक सिख भी हैगे आ जो उदाहरण ने इस गल दी। सो ये भी एक श्रेणी सी। हुण ये नहीं हैगा कि ब्राह्मण कोई बन नहीं सकता, छतरी भी ब्राह्मण बन सकता है। जिस छतरी नूं ज्ञान हो गया वो छतरी भी ब्राह्मण आ, वो छतरी ब्राह्मण हो गया। छतरी भी आ नाल ब्राह्मण भी आ। ते जिस ब्राह्मण नूं ज्ञान ही है नहीं, वो ब्राह्मण कहाउण दा हकदार ही है नहीं। हुण आ गए जी छतरी, ब्राह्मण ते फिर शूद्र। शूद्रां दा की काम सीगा? शूद्रां दा काम आपां यानी कि फेर आऊगा, क्योंकि पहलां वैश दा वर्णन करना जरूरी है। वैश आउंदे आ ਜਿਹੜੇ खेतीबाड़ी करते आ, जिमीदारा करते आ। हुण अजकल आपां जट कह लो, ये जट भी एक जात बन गई आ। ये जट कोई जात नहीं, जट किता की आ? खेतीबाड़ी आ। हुण ਜਿਹੜੇ जट कोल जमीन ही है नहीं, पैली ਉਹ है नहीं, वो जट काहदा? कई जट्टां दे मुंडे मिस्त्री वाला काम करते हैं, राजगिरी का काम करते, लकड़ का काम करते हैं। सो उन्होंने कोई जट का पुत नहीं कहूगा, उन्होंने कहूगा मिस्त्री है। क्योंकि जात उहदी लुक गई तो कर्म मूहरे आ गया। जात जिहड़ी आ वो जन्म तो नहीं हैगी, वो कर्म तो आ। साडा असीं की काम करते हैं, साडी उही जात। डॉक्टरी का काम करते, असीं डॉक्टर आ। सरपंच आ तो उहनूं सरपंच ही कहणगे। तो जे कोई मिस्त्री का काम करता, ये नहीं हैगा कि ओह भी तरखानी आ। नहीं, जट्टां दे मुंडे भी कई। सो मैनू जट दे मुंडे कहना पै रहा क्योंकि तुहानूं समझाउण दी खातर। जिमीदारां दे मुंडे जिहड़े खेतीबाड़ी सीगे, उन्हां दा प्रधान सीगा, किता सीगा, वो वैश श्रेणी दे विच आउंदे आ, खेतीबाड़ी करन वाले। सो इन्हां नूं खेतीबाड़ी जिन्हां ने अन्न उगाउणा, सब नूं अन्न देना, अन्नदाता जिहनूं कहंदे आ, वो वैश श्रेणी दे विच आउंदे आ। जट कोई जात नहीं हैगी, जां जट कोई इन्नी उच्ची भी है नहीं जे वो बाकियां नूं कहे भी हम ही हम है, बाकी सब पानी कम है। तो ब्राह्मण भी एड्डी वड्डी गल नहीं हैगी। ब्राह्मण वाले गुण हैगे तां वड्डी गल आपां कह सकदे कि ब्राह्मण कल्ला कहाउणा ब्राह्मण नहीं हैगा। खालसा कल्ला कहाउणा ना कल्ला खालसा नहीं बनया जांदा। असीं दमाले बन ले तां असीं की खालसा बन गए? नहीं बन गए। साडे च खालसे वाले गुण नहीं हैगे। जिहदे च हैगे आ वो खालसा है। असीं उहदे चरनां ते भी सिर रखण नूं तैयार आ। प्योर जिहड़ा हैगा अंदरूनी, ये साडे गुण होने चाहिए आ खालसे वाले। सो अजकल दिखावे दे मात्र रह गया सारा कुछ। क्योंकि ये गल सुन के कईयां नूं हुण शायद गुस्सा भी लगूगा। सो मैं माफ़ी चाहुंदा। मेरा कहण दा मंतव तुहाडे दिल नूं ठेस पहुंचाउणा नहीं हैगा। मैं सिर्फ यही कहना भी अंदरूनी गुण भी जरूरी आ। भी आपां बाहरी चीज़ां तां आपां देखी जाने बंदे दियां भी उन्हें सिखां वाला वस्त्र पाया जां दाड़ा रखिया वा तो वो सिख नहीं, वो सिख नहीं, वो दिखावा। सिख बाहरी ते अंतरी दोनों गुणा। दाड़ा रखना, पग बन्ननी, एक कुदरत दा आपां कह लीए भी असूल ला लो, कुदरत दा हुक्म ला लो, जो कुदरती
ਸਾਡੇ ਨਿਸ਼ਾਨ ਆ, ਸਾਡੇ ਚਿੰਨ ਆ ਇਹ, ਜੋ ਆਪਣੇ ਆਪ ਆਉਂਦੇ ਨੇ, ਕੁਦਰਤੀ ਚੀਜ਼ਾਂ ਉਹਨਾਂ ਦੀ ਸਾਂਭ ਸੰਭਾਲ ਕਰਨ ਵਾਲਾ ਬੰਦਾ, ਕਿਉਂਕਿ ਉਹ ਸਿੱਖਦਾ ਆ ਵੀ ਮੈਂ ਹਾਂ ਵੀ ਇਹ ਚੀਜ਼ ਸਿੱਖਣੀ ਆ, ਵੀ ਮੈਂ ਜੇ ਕੋਈ ਆਹ ਕੰਮ ਕਰਾਂਗਾ ਤਾਂ ਉਹ ਕੁਦਰਤੀ ਚੀਜ਼ਾਂ ਦੇ ਖਿਲਾਫ ਆ, ਮੈਂ ਉਸ ਚੀਜ਼ ਨੂੰ ਕਿੱਦਾਂ ਸਾਂਭਣਾ, ਮੈਂ ਦਾੜੇ ਨੂੰ ਕਿੱਦਾਂ ਸਾਂਭਣਾ, ਆਪਣੇ ਸਿਰ ਦੇ ਕੇਸਾਂ ਨੂੰ ਕਿਸ ਤਰ੍ਹਾਂ ਸੰਭਾਲ ਕੇ ਰੱਖਣੀ, ਉਸ ਦੇ ਉੱਪਰ ਦਸਤਾਰ ਸਜਾਉਣੀ ਆ। ਸੋ ਜਿੰਨੇ ਵੀ ਪੁਰਾਣੇ ਅਵਤਾਰ ਹੋਏ ਨੇ, ਜਿੰਨੇ ਵੀ ਅਵਤਾਰ ਹੋਏ ਨੇ, ਚਾਹੇ ਉਹ ਭਗਵਾਨ ਸ਼੍ਰੀ ਰਾਮਚੰਦਰ ਜੀ ਨੇ, ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ, ਤੇ ਚਾਹੇ ਸ਼ਿਵ ਜੀ ਨੇ, ਚਾਹੇ ਉਹ ਮੁਹੰਮਦ ਸਾਹਿਬ ਨੇ, ਚਾਹੇ ਹਜ਼ਰਤ ਈਸਾ ਜੀ ਨੇ, ਚਾਹੇ ਆਪਣੇ 10 ਪਾਤਸ਼ਾਹੀਆਂ ਨੇ, ਸਾਰੇ ਦੇ ਸਾਰੇ ਹੀ ਕੇਸਾਧਾਰੀ ਨੇ। ਪਰਸ਼ੂਰਾਮ ਜੀ ਹੋਏ ਨੇ, ਕੇਸਾਧਾਰੀ ਨੇ, ਸਾਰੇ ਦੇ ਸਾਰੇ ਕੇਸਾਧਾਰੀ ਨੇ। ਬਸ ਅੱਜ ਕੱਲ੍ਹ ਦੇ ਨੇ ਉਹ ਪੱਛਮੀ ਸੱਭਿਆਚਾਰ ਜਿਹੜਾ ਵੜ ਗਿਆ, ਉਹਨਾਂ ਨੇ ਕੀ ਕੀਤਾ, ਜਾਣੀ ਕਿ ਵਾਹਵਾ ਟਾਈਮ ਤੋਂ ਲਾ ਲਓ ਵੀ ਉਹ ਜਿਹੜੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਤੇ ਸੀਗੇ, ਆਪਣੇ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਜਿਹੜੇ ਸਰੂਪ ਸੀਗੇ, ਉਹਨਾਂ ਤੇ ਉਹ ਦਾੜੀ ਕੱਟਤੀ ਤੇ ਉੱਤੇ ਬਸ ਉਹ ਹਿਸਾਬ ਜਿਹਾ ਬਣਾਤਾ ਵੀ ਹਾਂ ਵੀ ਇੱਦਾਂ ਦੇ ਸੀ ਦੇਖਣੀ ਪੱਖਣੀ ਉਹਨਾਂ ਦੀ। ਹਾਲਾਂਕਿ ਦਾੜਾ ਉਹਨਾਂ ਦੇ ਸੀ, ਸਿਰ ਤੇ ਜੂੜਾ ਵੀ ਸੀਗਾ ਰੱਖਿਆ ਉਹਨਾਂ ਨੇ, ਜੂੜੇ ਉੱਤੇ ਉਹ ਮੁਕਟ ਲਗਾ ਕੇ ਰੱਖਦੇ ਹੁੰਦੇ ਸੀ। ਸੋ ਉਸ ਚੀਜ਼ ਨੂੰ ਸਿੱਖ ਕਿਹਾ, ਪਰ ਅੱਜ ਕੱਲ੍ਹ ਤਾਂ ਸਿੱਖ ਹੋਰ ਹੀ ਕੋਈ ਬਣ ਗਿਆ, ਡੈਫੀਨੇਸ਼ਨ ਹੀ ਉਹਦੀ ਹੋਰ ਬਣ ਗਈ ਸਿੱਖ ਦੀ। ਜੋ ਵੈਸ਼ ਦੀ ਆਪਾਂ ਗੱਲ ਕਰਦੇ, ਵੈਸ਼ ਜਿਹੜਾ ਖੇਤੀਬਾੜੀ ਸੀਗਾ ਕਿੱਤਾ ਜਾਣਦਾ ਸੀ, ਉਹਨਾਂ ਨੂੰ ਵੈਸ਼ ਸ਼੍ਰੇਣੀ 'ਚ ਕੀਤਾ ਗਿਆ, ਜ਼ਿਮੀਂਦਾਰਾ ਕਹਿ ਲਓ, ਜੱਟ ਕਹਿ ਲਓ। ਫਿਰ ਆ ਗਿਆ ਜੀ ਸ਼ੂਦਰ। ਸ਼ੂਦਰ ਕੋਈ ਨੀਵੀਂ ਜਾਤ ਨਹੀਂ ਹੈਗੀ, ਇਹਨਾਂ ਨੂੰ ਆਪਾਂ ਸਭ ਨੂੰ ਨੀਵਾਂ ਗਿਣਦੇ ਆ ਵੀ ਹਾਂ ਵੀ ਸ਼ੂਦਰ ਆ ਜੀ। ਕਈ ਬ੍ਰਾਹਮਣ ਵੀ ਇਸ ਚੀਜ਼ ਨੂੰ ਕਰਦੇ ਆ, ਤੇ ਕਈ ਹੋਰ ਸ਼੍ਰੇਣੀਆਂ ਦੇ ਵੀ ਹੈਗੇ ਜਿਹੜੇ ਉਹ ਕਰਦੇ ਆ ਇਸ ਚੀਜ਼ ਨੂੰ ਬਹੁਤ, ਵੀ ਨਹੀਂ ਜੇ ਨਹੀਂ ਅਸੀਂ ਉੱਚੇ ਆ ਤੇ ਅਸੀਂ ਇਹਨੂੰ ਬਰਾਬਰ ਨਹੀਂ ਬਿਠਾਉਣਾ, ਚੱਲ ਤੂੰ ਥੱਲੇ ਬੈਠ ਤੇ ਮੈਂ ਮੰਜੇ 'ਤੇ ਬਹਿ ਕੇ ਰੋਟੀ ਖਾਣਾ ਤੇ ਤੂੰ ਭੁੰਜੇ ਬਹਿ ਕੇ ਰੋਟੀ ਖਾ, ਕਿਉਂਕਿ ਤੂੰ ਸ਼ੂਦਰ ਆ। ਸ਼ੂਦਰਾਂ ਕੋਲੇ ਵਿਚਾਰਿਆਂ ਕੋਲੇ ਪੈਲੀ ਵਗੈਰਾ, ਜ਼ਮੀਨ ਵਗੈਰਾ ਉਸ ਟਾਈਮ ਨਹੀਂ ਸੀਗੀ, ਪਰ ਅੱਜ ਕੱਲ੍ਹ ਉਹ ਵੀ ਚੀਜ਼ ਬਦਲ ਚੁੱਕੀ ਆ। ਬਹੁਤ ਸਾਰੇ ਜਾਣੀ ਕਿ ਜਿਹਨਾਂ ਨੂੰ ਸ਼ੂਦਰ ਕਿਹਾ ਜਾਂਦਾ, ਜੋ ਆਪਣੇ ਆਪ ਨੂੰ ਵੀ ਚਲੋ ਕਹਿੰਦੇ ਨੇ ਵੀ ਅਸੀਂ ਸ਼ੂਦਰ ਆ, ਚਲੋ ਉਹ ਉਹਨਾਂ ਦੀ ਮਾਨਸਿਕਤਾ ਆ। ਸ਼ੂਦਰ ਉਹ ਜਾਤ 'ਚ ਬੜੀ ਬੈਠੇ ਹੈ ਤਾਂ ਸ਼੍ਰੇਣੀ ਆ ਇਹ, ਤੇ ਉੱਦਾਂ ਜਾਣੀ ਕਿ ਬੜੀ ਫਿਰਦੇ ਆ ਗੱਲਾਂ ਬਾਤਾਂ 'ਚੋਂ, ਤੇ ਉਹਨਾਂ ਕੋਲੇ ਪੈਲੀ ਆ, ਉਹ ਖੇਤੀ ਕਰਦੇ ਆ। ਹੁਣ ਉਹ ਸ਼ੂਦਰ ਤਾਂ ਫਿਰ ਰਹੇ ਨਹੀਂ, ਉਹ ਵੈਸ਼ ਦੇ ਵਿੱਚ ਆ ਗਏ, ਸ਼੍ਰੇਣੀ ਚੇਂਜ ਹੋ ਗਈ ਉਹਨਾਂ ਦੀ। ਸੋ ਉਸ ਟਾਈਮ ਕੀ ਸੀ, ਇਹਨਾਂ ਕੋਲੇ ਪੈਲੀ ਵਗੈਰਾ ਹੈ ਨਹੀਂ ਸੀ, ਬ੍ਰਾਹਮਣ ਵਾਲਾ ਗਿਆਨ ਹੈ ਨਹੀਂ ਸੀ, ਸੋ ਕਰਤਵ ਵਿਦਿਆ, ਸ਼ਾਸਤਰ ਵਿਦਿਆ ਵਗੈਰਾ ਨਹੀਂ ਜਾਣਦੇ ਸੀ, ਇਸ ਕਰਕੇ ਉਹ ਛਤਰੀ ਵੀ ਨਹੀਂ ਬਣ ਸਕੇ। ਸੋ ਇਹਨਾਂ ਨੇ ਫਿਰ ਯਾਨੀ ਕਿ ਵੈਸ਼ਾਂ ਦੇ ਨਾਲ ਰਲੇ, ਜਾ ਕੇ ਵੈਸ਼ ਦੀ ਹੈਲਪ ਕੀਤੀ, ਕਿਉਂਕਿ ਵੈਸ਼ ਇਕੱਲਾ ਸਭ ਕੁਝ ਨਹੀਂ ਕਰ ਸਕਦਾ ਸੀਗਾ, ਉਹਨੂੰ ਇੱਕ ਸਾਥੀ ਦੀ ਲੋੜ ਸੀ, ਉਸਨੂੰ ਇੱਕ ਮਿੱਤਰ ਦੀ ਲੋੜ ਸੀ। ਸੋ ਸ਼ੂਦਰ ਤੇ ਵੈਸ਼ ਨੇ ਰਲ ਕੇ ਯਾਨੀ ਕਿ ਉਹ ਖੇਤੀਬਾੜੀ ਦਾ ਕੰਮ ਸ਼ੁਰੂ ਕੀਤਾ। ਅੱਜ ਕੱਲ੍ਹ ਤਾਂ ਇਹ ਥੋੜਾ ਉਲਟੀ ਗੱਲਾਂ ਚੱਲਦੀਆਂ ਨੇ, ਵੀ ਕਹਿੰਦਾ ਵੀ ਪਤਾ ਨਹੀਂ, ਮੈਂ ਕੋਈ ਸੁਣੀ ਸੀ ਸਪੀਚ, ਪਤਾ ਨਹੀਂ ਗੁੱਗੂ ਗਿੱਲ ਸੀ, ਪਤਾ ਨਹੀਂ ਜੋ ਗੁੱਗੂ ਗਿੱਲ ਸੀ, ਉਹ ਪਤਾ ਨਹੀਂ ਸਪੀਚ ਕਰ ਰਹੇ ਸੀ, ਕਿ ਪੁੱਠੀ ਜਿਹੀ ਸਪੀਚ ਸੀਗੀ, ਕਹਿੰਦੇ ਵੀ ਜੱਟ ਤੇ ਮਜ਼੍ਹਬੀ ਦੀ ਗੱਲ, ਜਿੱਦਾਂ ਕੋਈ ਗੱਲ ਕਰਦਾ ਸੀ, ਕਹਿੰਦਾ ਮਜ਼੍ਹਬੀ ਕਹਿੰਦਾ ਹਿੱਕ ਥੱਪੜ ਕੇ ਕੋਈ ਨਾ ਜੱਟਾ ਤੇਰੇ ਨਾਲ ਖੜੇ ਆ, ਮੈਂ ਦਿਹਾੜੀ ਕਰਕੇ ਐਂ ਕਰੂੰ ਉਹ ਕਰੂੰ। ਇਹ ਸਭ ਬੇਵਕੂਫ ਵਾਲੀਆਂ ਗੱਲਾਂ। ਕੀ ਗੱਲਾਂ ਇਹ? ਉਹ ਸ਼੍ਰੇਣੀ ਨੂੰ ਜਾਤ ਦੇ ਵਿੱਚ ਵੜਦਾ। ਮਜ਼੍ਹਬੀ ਦਾ ਭਾਵ ਕੀ ਆ? ਮਜ਼ਹਬ ਆਪਣੇ ਧਰਮ ਤੇ ਪੱਕਾ ਖੜਾ। ਮਜ਼੍ਹਬੀ ਕੋਈ ਇਹ ਥੋੜੀ ਆ ਕੋਈ ਸ਼ਰਮ ਵਾਲੀ ਗੱਲ। ਇਹ ਉਸ ਚੀਜ਼ ਨੂੰ ਸ਼ਰਮ ਦੇ ਵਿੱਚ ਲੈ ਜਾਂਦੇ ਵੀ ਤੂੰ ਮਜ਼੍ਹਬੀ ਆ, ਤੇ ਜੇ ਅਗਰ ਕੋਈ ਮਜ਼੍ਹਬੀ ਕਹੇ ਵੀ ਹਾਂ ਮੈਂ ਮਜ਼੍ਹਬੀ ਆ, ਤਾਂ ਉਹ ਤੇ ਹੱਸਦੇ ਆ ਵੀ ਤੂੰ ਕੀ ਬੋਲਦਾ, ਤੈਨੂੰ ਸ਼ਰਮ ਨਹੀਂ ਆਉਂਦੀ। ਕੀ ਗੱਲ, ਜਦੋਂ ਕੋਈ ਜੱਟ ਕਹਿੰਦਾ ਮੈਂ ਜੱਟ ਆ, ਤੇ ਜੱਟ ਤਾਂ ਫਿਰ ਫੁੱਲ ਜਾਂਦਾ, ਤੇ ਜਦੋਂ ਮਜ਼੍ਹਬੀ ਕਹਿੰਦਾ ਵੀ ਮੈਂ ਮਜ਼੍ਹਬੀ ਆ, ਤੇ ਉੱਤੇ ਹਾਸਾ ਕਾਹਤੋਂ? ਕੀ ਮਤਲਬ ਆ ਵੀ ਇਹ ਜੋ ਹੈਗਾ ਵਾ, ਜੋ ਉਹਦਾ ਕਰਮ ਆ, ਸੋ ਇਹ 'ਚ ਤਾਂ ਕੋਈ ਸ਼ਰਮ ਵਾਲੀ ਗੱਲ ਹੀ ਹੈ ਨਹੀਂ। ਸੋ ਜਿਹੜੇ ਤਾਂ ਇਹਨਾਂ ਨੇ ਰਲ ਕੇ ਖੇਤੀਬਾੜੀ ਚਲਾਏ ਤੇ ਅੰਨਦਾਤਾ ਬਣੇ, ਅੰਨਦਾਤਾ ਦੋਨੇ ਹੀ ਆਏ। ਵੈਸ਼ ਕੋਲੇ ਪੈਲੀ ਸੀ, ਕੁਛ ਖੇਤੀਬਾੜੀ ਦਾ ਕੰਮ ਜਾਣਦਾ ਵਾ। ਸ਼ੂਦਰਾਂ ਕੋਲੇ ਪੈਲੀ ਨਹੀਂ ਸੀ, ਇਹ ਵੀ ਖੇਤੀਬਾੜੀ ਦਾ ਕੰਮ ਜਾਣਦੇ ਸੀ। ਉਹ ਇਹਨਾਂ ਰਲ ਕੇ ਸੋ ਕੰਮ ਕਰ ਆਪਣਾ ਵਧਾਇਆ ਤੇ ਖੇਤੀਬਾੜੀ ਅੰਨ ਉਗਾਇਆ, ਤੇ ਇਹਨਾਂ ਨੇ ਰਲ ਕੇ ਛਤਰੀ ਦਾ ਵੀ ਢਿੱਡ ਭਰਿਆ ਤੇ ਬ੍ਰਾਹਮਣ ਦਾ ਢਿੱਡ ਵੀ ਇਹਨਾਂ ਨੇ ਭਰਿਆ। ਸੋ ਜਿਹੜੇ ਬ੍ਰਾਹਮਣ ਛਤਰੀ ਆ, ਇਹਨਾਂ ਦੇ ਕਰਕੇ ਹੀ ਰੋਟੀ ਖਾ ਰਹੇ ਨੇ। ਜੇ ਆਪਾਂ ਕਹੇ ਵੀ ਛਤਰੀ
ਤੇ ਬ੍ਰਾਹਮਣ ਉੱਚੇ ਹੋ ਗਏ ਤੇ ਵੈਸ਼ ਸ਼ੂਦਰ ਥੱਲੇ ਹੋ ਗਏ। ਨਹੀਂ, ਇਹ ਗੱਲ ਨਹੀਂ ਹੈਗੀ। ਇਹ ਸਭ ਆਪੋ ਆਪਣੇ ਕਰਮ ਤੇ ਖੜੇ ਆ, ਆਪੋ ਆਪਣੀ ਡਿਊਟੀਆਂ ਕਰ ਰਹੇ ਨੇ। ਉੱਚਾ ਨੀਵਾਂ ਤਾਂ ਕੋਈ ਹੈ ਨਹੀਂ। ਵੱਡਾ ਬ੍ਰਾਹਮਣ ਨੂੰ ਇਸ ਤਰ੍ਹਾਂ ਇਸ ਕਰਕੇ ਬਣਾਇਆ ਸੀ ਕਿਉਂਕਿ ਉਸ ਕੋਲ ਗਿਆਨ ਹੈ, ਕਿਉਂਕਿ ਗਿਆਨ ਨੂੰ ਬਹੁਤ ਵੱਡਾ ਕਿਹਾ ਗਿਆ। ਜਿਹਦੇ ਕੋਲ ਗਿਆਨ ਹੀ ਹੈ ਨਹੀਂ ਸੋ ਉਸ ਨੂੰ ਵੱਡਾ ਇਸ ਕਰਕੇ ਨਹੀਂ ਕਿਹਾ ਗਿਆ ਵੀ ਤੂੰ, ਤੇਰੇ ਕੋਲ ਗਿਆਨ ਦੀ ਘਾਟ ਆ, ਤੂੰ ਗਿਆਨ ਹਾਸਲ ਕਰ ਬ੍ਰਾਹਮਣ ਤੋਂ, ਤੂੰ ਵੀ ਬ੍ਰਾਹਮਣ ਬਣ। ਬ੍ਰਾਹਮਣ ਕੋਈ ਜਾਤ ਨਹੀਂ, ਬ੍ਰਾਹਮਣ ਸ਼੍ਰੇਣੀ 'ਚ ਵੜ, ਤੂੰ ਜਾ ਕੇ ਉੱਚੇ ਹੋ, ਪਰਮਾਤਮਾ ਦਾ ਗਿਆਨ ਲੈ ਵੀ ਪਰਮਾਤਮਾ ਕੀ ਆ। ਜਿੱਧਰ ਝਾਕਦੇ ਉਧਰ ਪਰਮਾਤਮਾ ਆ। ਇਹ ਥੋੜੀ ਆ ਵੀ ਕਿਸੇ ਖਾਸ ਜਗ੍ਹਾ ਤੇ ਹੀ ਬੈਠਾ ਹੋ। ਹੁਣ ਇਹ ਕਹਿ ਦਿੰਦੇ ਬਿਲਡਿੰਗਾਂ ਨੂੰ ਮੱਥਾ ਟੇਕਦੇ ਜੀ ਗੁਰਦੁਆਰੇ ਜਾ ਕੇ। ਗੁਰਦੁਆਰੇ ਜਾ ਕੇ ਕਿ ਰੱਬ ਤਾਂ ਸਾਰੀ ਜਗ੍ਹਾ ਵਾ। ਜੇ ਰੱਬ ਸਾਰੀ ਜਗ੍ਹਾ ਵਾ ਤੇ ਉਸ ਗੁਰਦੁਆਰੇ 'ਚ ਰੱਬ ਨਹੀਂ ਹੋ ਸਕਦਾ। ਜਦ ਰੱਬ ਪਰਮਾਤਮਾ ਕਹਿੰਦੇ ਸਾਰੀ ਜਗ੍ਹਾ, ਤੂੰ ਗੁਰਦੁਆਰੇ ਜਾ ਕੇ ਕੀ ਭਾਲਦਾ। ਚਲੋ ਅਗਲੇ ਦੀ ਸ਼ਰਧਾ ਜਿੱਥੇ ਜਾ ਕੇ ਵੱਜਦੀ ਆ ਵੱਜ ਲੈਣ ਦਿਓ। ਗੱਲ ਤਾਂ ਮਨ ਟਿਕਾਉਣ ਦੀ, ਜਿੱਥੇ ਮਨ ਟਿਕਦਾ ਬੰਦੇ ਦਾ ਉੱਥੇ ਜਾ ਕੇ ਟਿਕਾ ਲਵੇ। ਇਹ 'ਚ ਕੋਈ ਵੱਡੀ ਗੱਲ ਤਾਂ ਕੋਈ ਹੈ ਨਹੀਂ। ਠੀਕ ਆ, ਆਪਾਂ ਜਦੋਂ ਬਾਹਰ ਅੰਦਰ ਦੇਖਦੇ ਆ ਸੋ ਮਹਿਸੂਸ ਹੁੰਦਾ ਵਾ ਵੀ ਪਰਮਾਤਮਾ ਸਾਰਾ ਕੁਝ ਹੁਣ ਕਿੰਨਾ ਕੁਝ ਦੇ ਰਿਹਾ। ਹਰਿਆਲੀ ਦਿਖਦੀ ਆ, ਕਿਵੇਂ ਆਪਣੇ ਆਪ ਪੱਤੇ ਆ, ਫੁੱਲ ਖਿੜਦੇ ਆ ਨਾ, ਮਿੱਟੀ ਆ, ਸਾਰਾ ਕੁਝ ਆਪਾਂ ਦੇਖਦੇ ਆ। ਕੁਦਰਤੀ ਜੋ ਚੀਜ਼ਾਂ ਆ ਸਾਰੀਆਂ ਉਹ ਪਰਮਾਤਮਾ ਹੀ ਚਲਾ ਰਿਹਾ, ਹੋਰ ਕੌਣ ਚਲਾ ਰਿਹਾ। ਸੋ ਪਰਮਾਤਮਾ ਸਾਡੇ ਅੰਦਰ ਵੀ ਆ, ਪਰਮਾਤਮਾ ਸਾਡੇ ਬਾਹਰ ਵੀ ਆ। ਸੋ ਅਗਰ ਕਿਸੇ ਬੰਦੇ ਦਾ ਮਨ ਕਿਤੇ ਕਿਸੇ ਇੱਕ ਜਗ੍ਹਾ ਜਾ ਕੇ ਟਿਕਦਾ, ਗੁਰਦੁਆਰੇ ਜਾਂਦੇ ਆ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਹੀਂ ਹੈ, ਸਰਗੁਣ ਸਰੂਪ ਨਹੀਂ ਬੈਠਾ ਉੱਥੇ। ਅਗਰ ਸਾਡਾ ਚਿੱਤ ਸਰਗੁਣ ਕੋਲ ਜਾ ਕੇ ਲੱਗਦਾ ਤਾਂ ਇਹ 'ਚ ਕੋਈ ਬੁਰਾਈ ਵਾਲੀ ਗੱਲ ਤਾਂ ਕੋਈ ਹੈ ਨਹੀਂ। ਹੁਣ ਰੱਬ ਤਾਂ ਸਾਰੇ ਜਗ੍ਹਾ ਇੱਕੋ ਹੀ ਬੈਠਾ, ਜੋਤ ਤਾਂ ਇੱਕੋ ਹੀ ਆ ਸਭ ਦੇ ਵਿੱਚ। ਚਾਹੇ ਮੰਦਿਰ ਚੱਲ ਜਾਓ, ਚਾਹੇ ਮਸਜਿਦ ਚੱਲ ਜਾਓ, ਚਾਹੇ ਗੁਰਦੁਆਰੇ ਚੱਲ ਜਾਓ, ਚਾਹੇ ਮਸਜਿਦ ਚੱਲ ਜਾਓ, ਜਿੱਥੇ ਮਰਜ਼ੀ ਚੱਲ ਜਾਓ, ਰੱਬ ਤਾਂ ਇੱਕੋ ਹੀ ਬੈਠਾ, ਜੋਤ ਤਾਂ ਸਾਰਿਆਂ 'ਚ ਇੱਕੋ ਆ। ਸੋ ਇਹੀ ਗੱਲ ਮੈਂ ਕਹਿਣਾ ਚਾਹ ਰਿਹਾ ਸੀ ਵੀ ਜਿਹੜੇ ਤਾਂ ਸ਼ੂਦਰਾਂ ਨੂੰ ਨੀਵਾਂ ਨਾ ਗਿਣੋ ਤੇ ਬ੍ਰਾਹਮਣਾਂ ਨੂੰ ਇੰਨਾ ਉੱਚਾ ਵੀ ਨਾ ਗਿਣੋ ਕਿ ਬ੍ਰਾਹਮਣ ਸਿਰਫ ਇੱਕ ਕੱਪੜਿਆਂ ਤੇ, ਇੱਕ ਵਸਤਰਾਂ ਤੇ, ਇੱਕ ਬਾਹਰੀ ਚੀਜ਼ਾਂ ਦੇਖ ਕੇ ਆਪਾਂ ਉਹਨੂੰ ਬ੍ਰਾਹਮਣ ਕਹਿਣ ਲੱਗ ਜਾਈਏ ਵੀ ਨਹੀਂ, ਉਹਦੇ ਅੰਤਰੀ ਗੁਣ ਵੀ ਹੋਣੇ ਜ਼ਰੂਰੀ ਆ। ਸੋ ਛਤਰੀ ਵੀ ਬ੍ਰਾਹਮਣ ਬਣ ਸਕਦਾ, ਵੈਸ਼ ਵੀ ਗਿਆਨ ਲੈ ਕੇ ਬ੍ਰਾਹਮਣ ਬਣ ਸਕਦਾ, ਸ਼ੂਦਰ ਵੀ ਗਿਆਨ ਲੈ ਕੇ ਬ੍ਰਾਹਮਣ ਬਣ ਸਕਦਾ। ਤੇ ਬ੍ਰਾਹਮਣ ਕੋਲੇ ਅਗਰ ਗਿਆਨ ਨਹੀਂ ਹੈ, ਅਗਰ ਉਹ ਬ੍ਰਾਹਮਣ ਕਈ ਬ੍ਰਾਹਮਣਾਂ ਦੇ ਜੋ ਆਪਾਂ ਦੇਖਦੇ ਜਾਤੀ ਪਾਤੀ ਦੇ ਹਿਸਾਬ ਨਾਲ ਲਾ ਲਈਏ ਕਿ ਬ੍ਰਾਹਮਣਾਂ ਦੇ ਮੁੰਡੇ ਅੱਜ ਕੱਲ੍ਹ ਮਿਸਤਰੀਪੁਣਾ ਕਰਦੇ ਆ, ਇਹ ਬ੍ਰਾਹਮਣਾਂ ਦੇ ਮੁੰਡੇ ਖੇਤੀਬਾੜੀ ਵੀ ਕਰਦੇ ਆ। ਸੋ ਉਹਨਾਂ ਦੀ ਸ਼੍ਰੇਣੀ ਚੇਂਜ ਹੋ ਗਈ। ਸੋ ਜੋ ਵੀ ਆਪਣੀ ਜਾਤ ਆ ਉਹ ਜਨਮ ਤੋਂ ਨਹੀਂ ਹੈਗੀ, ਉਹ ਆਪਣੇ ਕਰਮ ਤੋਂ ਆ। ਆਪਾਂ ਕੀ ਕਰਮ ਕਰਦੇ ਆ ਉਹੀ ਸਾਡੀ ਜਾਤ ਹੈ, ਉਹੀ ਸੀ ਕਰਮ ਕਰਨਾ ਤੇ ਕਰਮ ਵੀ ਕਰਨਾ ਤੇ ਨਾਲ ਨਾਲ ਆਪਣੇ ਪਰਮਾਤਮਾ ਨੂੰ ਵੀ ਚੇਤੇ ਰੱਖਣਾ। ਕਰਮ ਕਰਦੇ ਕਰਦੇ ਪਰਮਾਤਮਾ ਨੂੰ ਅਗਰ ਚੇਤੇ ਰੱਖਾਂਗੇ ਤਾਂ ਆਪਾਂ ਕਦੇ ਗਲਤ ਕੰਮ ਨਹੀਂ ਕਰਾਂਗੇ, ਹੇਰਾਫੇਰੀ ਨਹੀਂ ਕਰਾਂਗੇ। ਸੋ ਇਹੀ ਚੀਜ਼ਾਂ ਆ ਵੀ ਇਹ ਜਾਤਾਂ ਪਾਤਾਂ ਕੁਝ ਨਹੀਂ ਹੈਗਾ। ਤਾਂ ਹੀ ਬਾਣੀ ਦੇ ਵਿੱਚ ਜ਼ਿਕਰ ਆਉਂਦਾ ਵੀ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਸਾਰਿਆਂ ਨੂੰ ਸਾਂਝਾ, ਸਾਰਿਆਂ ਨੂੰ ਸਾਂਝਾ ਵਾ ਤੇ ਸਾਰੇ ਫਿਰ ਇੱਕੋ ਜਿਹੇ ਹੋ ਗਏ। ਜਦ ਕਿਸੇ ਨੂੰ ਉੱਚਾ ਬੈਠ ਕੇ ਜਾਂ ਕਿਸੇ ਨੂੰ ਨੀਵਾਂ ਬੈਠ ਕੇ ਤਾਂ ਕੋਈ ਗੱਲ ਸੁਣਾਈ ਨਹੀਂ, ਬਰਾਬਰ ਬਿਠਾਲਤੇ। ਲੰਗਰ ਤੇ ਪੰਗਤ ਦੀ ਜਿਹੜੀ ਰੀਤ ਤੋਰੀ ਸੀ ਗੁਰੂ ਸਾਹਿਬ ਨੇ, ਕਿਉਂ ਤੋਰੀ ਸੀ? ਸਭ ਨੂੰ ਬਰਾਬਰ ਬਿਠਾਤਾ, ਬਰਾਬਰ ਬਿਠਾ ਕੇ ਤੇ ਚੀਜ਼ਾਂ ਸਾਰੀਆਂ ਕੀਤੀਆਂ। ਕਿਉਂ ਬਣਾਇਆ? ਕਿਉਂਕਿ ਉਹ ਉੱਚਾ ਜਿਹੜੀ ਊਚ ਨੀਚ ਆ ਉਹਨੂੰ ਕੱਢਣਾ ਚਾਹੁੰਦੇ ਸੀਗੇ, ਕੱਢਤੀ ਪਰ ਨਹੀਂ, ਸਾਡੇ ਅੰਦਰੋਂ ਨਹੀਂ ਨਿਕਲੀ। ਮੈਂ ਤਾਂ ਇਹ ਚੀਜ਼ ਕਹਿਣਾ ਵਾ ਵੀ ਜਾਤਾਂ ਪਾਤਾਂ 'ਚ ਕੱਖ ਨਹੀਂ ਰੱਖਿਆ। ਠੀਕ ਆ, ਜੋ ਸ਼੍ਰੇਣੀਆਂ ਹੈਗੀਆਂ ਉਹ ਚਲੋ ਬਣੀਆਂ ਵਾ, ਉਹ ਕੇਵਲ ਬਣਾਈਆਂ ਤੇ ਕਿਉਂ ਬਣਾਈਆਂ ਗਈਆਂ? ਸਿਰਫ ਕੰਮਕਾਰ ਨੂੰ ਸਾਂਭਣ ਵਾਸਤੇ, ਸਿਸਟਮ ਨੂੰ ਚਲਾਉਣ ਦੀ ਖਾਤਰ। ਇਸ ਸਿਸਟਮ ਨੂੰ ਚਲਾਉਣ ਦੀ ਖਾਤਰ ਸਾਰਾ ਕੁਝ ਬਣਿਆ ਵਾ ਤੇ ਨਾ ਕਿ ਇਹ ਊਚ ਨੀਚ ਦਿਖਾਉਣ ਦੀ ਖਾਤਰ ਬਣਿਆ ਸੀਗਾ। ਸੋ ਆਪਾਂ ਨਾਮ ਜਪੋ, ਆਪਣਾ ਕਿਰਤ ਕਰੋ ਤੇ ਵੰਡ ਛਕੋ, ਇਹ ਗੁਰੂ ਸਾਹਿਬ ਦਾ ਉਪਦੇਸ਼ ਆ। ਤੇ ਫਿਰ ਆਪਾਂ ਨੂੰ ਕੀ ਮਿਲੂਗਾ? ਇਹ ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਰਸਨਾ ਕਰੋ ਪਵਿੱਤਰ, ਆਖੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ।